गुड मॉर्निंग स्टूडेंट। आज हमने करना है लेसन नंबर 14 द स्ट्रक्चर या कंपोनेंट ऑफ द गवर्नमेंट बजट। तो बेटा सब तो पहला ही गवर्नमेंट बजट बारे पढ़िया ही, हुण उहदे कंपोनेंट पढ़ांगे। जिस तरह कि गवर्नमेंट बजट दे असीं 2 पॉइंट करांगे, बजट रिसीप्ट ते बजट एक्सपेंडिचर। ठीक है, तो सब तो पहला जिहड़ा बेटा बजट रिसीप्ट आ जाएगा कि एक ही चीज़ है। ठीक है, बजट रिसीव रेफर टू द एस्टीमेट मनी विच द गवर्नमेंट कैन रिसीव फ्रॉम द सोर्स ड्यूरिंग ए फाइनेंशियल ईयर। बजट रिसीप्ट आर ऑफ 2 टाइप्स। सब तो पहला बेटा जिहड़े बजट है वो की चीज़ है, कहते कि बजट प्राप्तियां तो भाव उस धन तो है जो कि सरकार ਵਿੱਤੀ ਵਰੇ दौरान मतलब ਜਿਹੜਾ ਵਿੱਤੀ ਵਰਾ ਹੁੰਦਾ ਹੈ ਉਹਦੇ ਦੌਰਾਨ ਸਰਕਾਰ ਸਾਰੇ ਸਰੋਤਾਂ ਤੋਂ ਜਿਹੜਾ ਧਨ ਪ੍ਰਾਪਤ ਕਰਦੀ ਹੈ ਉਹਨੂੰ ਕੀ ਕਹਿੰਦੇ ਨੇ, ਬਜਟ ਰਿਸੀਪਟ। ਤੇ ਜਿਹੜੇ ਬਜਟ ਰਿਸੀਪਟ ਅੱਗੇ 2 ਭਾਗਾਂ ਵਿੱਚ ਵੰਡੀ ਜਾਂਦੀ ਹੈ, ਜਿਸ ਤਰ੍ਹਾਂ ਕਿ ਰੈਵਨਿਊ ਰਿਸੀਪਟ। ਤੇ ਬੇਟਾ ਰੈਵਨਿਊ ਰਿਸੀਪਟ ਨੂੰ ਕਵਾਂਗੇ ਹੀ ਪੰਜਾਬੀ ਵਿੱਚ ਆਮਦਨਗਤ ਪ੍ਰਾਪਤੀਆਂ। ਠੀਕ ਹੈ, ਇਹ ਹੈਗਾ all the money received of the government which do not create any liability or do not reduce the assets of the government are called as revenue receipt। ਕਹਿੰਦੇ ਕਿ ਸਰਕਾਰ ਉਹਦੀਆਂ ਉਹ ਸਾਰੀਆਂ ਧਨ ਪ੍ਰਾਪਤੀਆਂ, ਸਰਕਾਰ ਦੀਆਂ ਕਹਿੰਦੇ ਉਹ ਸਾਰੀਆਂ ਧਨ ਪ੍ਰਾਪਤੀਆਂ ਜਿਹੜੀਆਂ ਕੋਈ ਦੇਣਦਾਰੀ उत्पन्न नहीं करदियाँ ਜਾਂ सरकारी संपत्ति ਨੂੰ ਘੱਟ नहीं करदियाँ, ਉਹਨੂੰ ਕੀ ਕਹਿੰਦੇ ਨੇ, ਰੈਵਨਿਊ ਰਿਸੀਪਟ। ਤੇ ਫੋਰ ਐਗਜ਼ਾਮਪਲ ਟੈਕਸ ਰਿਸੀਪਟ ਇਜ਼ ਏ ਰੈਵਨਿਊ ਰਿਸੀਪਟ। ਕਹਿੰਦੇ ਜਿਹੜਾ ਟੈਕਸ ਰਿਸੀਪਟ ਹੈਗਾ ਉਹ ਹੈਗਾ ਰੈਵਨਿਊ ਰਿਸੀਪਟ, ਬਿਕੋਜ਼ ਵੈਨ ਗਵਰਨਮੈਂਟ receive some money by the way of the taxes, it does not create any liability of the government. But if the government receives some money in the form of borrowing, then it is not a revenue receipt because it create a liability for the government। ਕਹਿੰਦੇ ਕਿ ਫੋਰ ਐਗਜ਼ਾਮਪਲ ਕੀ ਕਹਿੰਦਾ, ਕਹਿੰਦੇ ਜਿਹੜਾ ਟੈਕਸ ਹੈਗਾ, ਜਿਸ ਤਰ੍ਹਾਂ ਕਿ ਉਦਾਹਰਨ ਦਿੱਤੀ ਇਹਨਾਂ ਨੇ ਕਿ ਜਿਹੜਾ ਕਰ ਹੈ ਟੈਕਸ ਹੈ ਉਹ ਟੈਕਸ ਪ੍ਰਾਪਤੀ ਜਿਹੜੀ ਹੈ ਆਮਦਨਗਤ ਪ੍ਰਾਪਤੀ ਹੈ, ਕਿਉਂਕਿ ਜਦ ਸਰਕਾਰ ਜਿਹੜੀ ਹੈ ਕਰ ਦੇ ਤੌਰ 'ਤੇ ਕੋਈ ਧਨ ਪ੍ਰਾਪਤ ਕਰਦੀ ਹੈ ਤਾਂ ਇਸ ਨਾਲ ਸਰਕਾਰ ਦੀ ਕੋਈ ਦੇਣਦਾਰੀ ਉਤਪੰਨ ਨਹੀਂ ਹੁੰਦੀ। ਠੀਕ ਹੈ, ਪਰ ਜੇਕਰ ਸਰਕਾਰ ਉਧਾਰ ਦੇ ਰੂਪ ਵਿੱਚ ਕੋਈ ਧਨ ਪ੍ਰਾਪਤ ਕਰਦੀ ਹੈ ਤਾਂ ਇਹ ਆਮਦਨਗਤ ਪ੍ਰਾਪਤੀ ਨਹੀਂ, ਕਿਉਂਕਿ ਇਸ ਨਾਲ ਸਰਕਾਰ ਦੀ ਜਿਹੜੀ ਦੇਣਦਾਰੀ ਹੈ ਉਹ ਉਤਪੰਨ ਹੁੰਦੀ ਹੈ, ਮਤਲਬ ਕਿ ਸਰਕਾਰ ਨੂੰ ਕੁਛ ਦੇਣਾ ਪੈਂਦਾ ਵਾ। ਅਤੇ ਜਿਹੜੇ ਅਸੀਂ ਟੈਕਸ ਜੇ ਪੇ ਕਰਦੇ ਉਹਦੇ ਵਾਸਤੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਹਾਂ ਅਸੀਂ ਟੈਕਸ ਦਿੱਤਾ ਅਤੇ ਸਾਨੂੰ ਵੀ ਉਹਦੇ ਬਦਲੇ ਕੋਈ ਚੀਜ਼ ਦੇਣ। ਠੀਕ ਹੈ, ਅੱਗੇ ਹੈਗਾ ਰੈਵਨਿਊ ਰਿਸੀਪਟ ਆਰ ਡਿਵਾਈਡਡ ਇਨਟੂ 2 ਪਾਰਟ। ਸਭ ਤੋਂ ਪਹਿਲਾਂ ਹੈਗਾ ਟੈਕਸ ਰਿਸੀਪਟ, ਘਰ ਪ੍ਰਾਪਤੀ ਜਿਹਨੂੰ ਕਵਾਂਗੇ ਅਸੀਂ। ਕਹਿੰਦੇ all the money received by the government by imposing various taxes are called as tax receipt। ਕਹਿੰਦੇ ਕਿ ਸਰਕਾਰ ਦੁਆਰਾ ਵੱਖ-ਵੱਖ ਕਰ ਲਗਾ ਕੇ ਜੋ ਧਨ ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਨੇ, ਕਰ ਪ੍ਰਾਪਤੀਆਂ ਕਿਹਾ ਜਾਂਦਾ ਹੈ। ਤੇ ਟੈਕਸ ਇਜ਼ ਕੰਪਲਸਰੀ ਪੇਮੈਂਟ ਵਿਚ ਇਜ਼ ਮੇਡ ਟੂ ਦ ਗਵਰਨਮੈਂਟ ਵਿਦਆਊਟ ਐਕਸਪੈਕਟਿੰਗ ਐਨੀ ਡਾਇਰੈਕਟ ਰਿਟਰਨ ਐਜ਼ ਔਰ ਬੈਨੀਫਿਟ। ਕਹਿੰਦੇ ਨੇ ਕਿ ਇਹ ਕਰ ਇੱਕ ਅਜਿਹਾ ਲਾਜ਼ਮੀ ਜਿਹੜਾ ਹੈਗਾ ਅਦਾਇਗੀ ਹੁੰਦੀ ਹੈ ਜਿਹੜੀ ਬਿਨਾਂ ਕਿਸੇ ਸਿੱਧੇ ਲਾਭ ਦੀ ਇੱਛਾ ਰੱਖੇ ਸਰਕਾਰ ਨੂੰ ਜਿਹੜੀ ਹੈ ਪੇ ਕਰਨੀ ਪੈਂਦੀ ਹੈ। ਜਿਹਨੂੰ ਟੈਕਸ ਲੱਗਾ ਹੋਵੇ, ਭਾਵੇਂ ਉਹ ਫਰਮ ਹੋਵੇ ਅਤੇ ਭਾਵੇਂ ਵਿਅਕਤੀ ਹੋਵੇ, ਉਹਨੂੰ ਪੇ ਕਰਨੀ ਪੈਂਦੀ, ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਠੀਕ ਹੈ, ਅੱਗੇ ਹੈਗਾ ਅਕੋਰਡਿੰਗ ਟੂ ਇਮਰਾਦ। ਕਹਿੰਦੇ ਨੇ ਕਿ ਇਹ ਟੈਕਸ ਇਜ਼ ਏ ਕੰਪਲਸਰੀ ਪੇਮੈਂਟ ਮੇਡ ਬਾਏ ਏ ਪਰਸਨ ਔਰ ਏ ਫਰਮ ਟੂ ਅ ਗਵਰਨਮੈਂਟ ਵਿਦਆਊਟ ਰਿਫਰੈਂਸ ਟੂ ਐਨੀ ਬੈਨੀਫਿਟ ਦਾ ਪੇਅਰ may derive from the government। ਕਹਿੰਦੇ ਕਿ ਹੁਣ ਇਹਨਾਂ ਦੇ ਅਨੁਸਾਰ ਤੇ ਕੀ ਕਹਿੰਦੇ ਨੇ, ਇਮਰਾਦ ਕੀ ਕਹਿੰਦੇ ਨੇ ਕਿ ਕਹਿੰਦੇ ਕਰ ਕਿਸੇ ਵਿਅਕਤੀ ਜਾਂ ਫਰਮ ਦੁਆਰਾ
ਸਰਕਾਰ ਨੂੰ ਦਿੱਤੀ ਜਾਣ ਵਾਲੀ ਉਹ ਲਾਜ਼ਮੀ ਅਦਾਇਗੀ ਹੈ ਜਿਸ ਲਈ ਸਰਕਾਰ ਪਾਸੋਂ ਕੋਈ ਸਿੱਧੇ ਲਾਭ ਦੀ ਉਮੀਦ ਨਹੀਂ ਰੱਖਦਾ। ਕੌਣ ਨਹੀਂ ਰੱਖਦਾ? ਜਿਹੜਾ ਕਰ ਪੇ ਕਰਦਾ ਵਾ। ਠੀਕ ਹੈ। ਤੇ ਬੇਟਾ ਸਭ ਤੋਂ ਪਹਿਲਾਂ ਹੁਣ ਅਸੀਂ ਕਰਾਂਗੇ ਕਿ ਕਰ ਦਾ ਜਿਹੜਾ ਕਰੈਕਟਰਿਸਟਿਕ ਕਰਾਂਗੇ। ਠੀਕ ਹੈ, ਕਿ ਕਰ ਕੀ ਚੀਜ਼ ਹੈ, ਟੈਕਸਿਸ ਕੀ ਚੀਜ਼ ਨੇ, ਉਹਨਾਂ ਦੀ ਕੀ ਜਿਹੜੀਆਂ ਵਿਸ਼ੇਸ਼ਤਾਵਾਂ ਵੇ। ਠੀਕ ਹੈ। ਤੇ ਸਭ ਤੋਂ ਪਹਿਲਾਂ ਹੈਗਾ ਟੈਕਸ ਇਜ਼ ਅ ਕੰਪਲਸਰੀ ਪੇਮੈਂਟ। ਕਹਿੰਦੇ ਨੇ ਕਿ ਟੈਕਸ ਜਿਹੜਾ ਹੈ ਕਿ ਬਹੁਤ ਹੀ ਲਾਜ਼ਮੀ ਅਦਾਇਗੀ ਹੈ। ਅਦਾਇਗੀ ਮਤਲਬ ਪੇਮੈਂਟ ਮਤਲਬ ਕਿ ਜਿਹੜੀ ਦੇਣਯੋਗ ਰਕਮ ਹੁੰਦੀ ਹੈ। ਠੀਕ ਹੈ। whenever the government impose tax on a person or on a firm then it become a compulsory payment। ਕਹਿੰਦੇ ਨੇ ਕਿ ਜਦੋਂ ਸਰਕਾਰ ਕਿਸੇ ਵਿਅਕਤੀ ਜਾਂ ਫਰਮ 'ਤੇ ਕੋਈ ਟੈਕਸ ਲਗਾਉਂਦੀ ਹੈ, ਠੀਕ ਹੈ, ਅਤੇ ਉਹ ਕੋਈ ਵੀ ਕਰ ਲਗਾਉਂਦੀ ਹੈ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਕੰਪਲਸਰੀ ਹੋ ਜਾਂਦਾ ਹੈ। ਕੰਪਲਸਰੀ ਜਿਹੜੀ ਹੈ ਅਦਾਇਗੀ ਬਣ ਜਾਂਦੀ ਹੈ। ਅਤੇ ਨੋਨ ਪੇਮੈਂਟ ਆਫ ਟੈਕਸ ਇਜ਼ ਇਨਲੀਗਲ ਐਂਡ ਗਵਰਨਮੈਂਟ ਕੈਨ ਟੇਕ ਐਕਸ਼ਨ ਅਗੇਂਸਟ ਦਾ ਡਿਫਾਲਟਰ। ਕਹਿੰਦੇ ਨੇ ਕਿ ਜਿਹੜਾ ਟੈਕਸ ਨਹੀਂ ਦਿੰਦੇ, ਠੀਕ ਹੈ, ਅਤੇ ਉਹਨਾਂ ਦੇ ਖਿਲਾਫ ਕੀ ਕਰਦੀ ਹੈ, ਉਹ ਜਿਹੜਾ ਟੈਕਸ ਨਾ ਦੇਣਾ ਜਿਹੜਾ ਹੈ ਇਨਲੀਗਲ ਹੈ, ਗੈਰ ਕਾਨੂੰਨੀ ਹੈ। ਅਤੇ ਸਰਕਾਰ ਅਗਰ ਕੋਈ ਟੈਕਸ ਪੇ ਨਹੀਂ ਕਰਦਾ, ਨਾ ਕੋਈ ਬੰਦਾ ਪੇ ਕਰਦਾ ਹੈ, ਨਾ ਕੋਈ ਫਰਮ ਪੇ ਕਰਦੀ ਹੈ ਨਾ, ਅਤੇ ਸਰਕਾਰ ਉਹਨਾਂ ਦੇ ਵਿਰੁੱਧ ਜਿਹੜੀ ਐਕਸ਼ਨ ਲੈਂਦੀ ਹੈ। ਠੀਕ ਹੈ। ਅੱਗੇ ਹੈਗਾ ਸੋਸ਼ਲ ਵੈਲਫੇਅਰ। ਕਹਿੰਦੇ ਨੇ ਕਿ ਦਾ ਮਨੀ ਕਲੈਕਟਿੰਗ ਥਰੂ ਟੈਕਸਿਸ is not spent on the benefit of an individual, rather the money is spent on welfare of the general public। ਹੁਣ ਅਸੀਂ ਸੋਚਦੇ ਹਾਂ ਕਿ ਜਿਹੜਾ ਸਰਕਾਰ ਆ ਇੰਨੇ ਟੈਕਸ ਲੈਂਦੀ ਹੈ, ਇੰਨਾ ਸਾਰਾ ਕੁਛ ਜਿਹੜਾ ਕਾਫੀ ਸੋਰਸ ਨੇ ਜਿਹਦੇ ਵਿੱਚ ਸਰਕਾਰ ਨੇ ਆਹ ਲਿਆਇਆ ਹੁੰਦਾ ਕਿ ਆਹ ਪੇ ਕਰੋ, ਉਹ ਪੇ ਕਰੋ, ਅਤੇ ਸਾਰੀ ਜਿਹੜੀ ਇਨਕਮ ਜਿਹੜਾ ਧਨ ਇਕੱਠਾ ਕਰਕੇ ਸਰਕਾਰ ਕਰਦੀ ਕੀ ਹੈ? ਬੇਟਾ ਸਰਕਾਰ ਕਿਸੇ ਇੱਕ ਬੰਦੇ ਵਾਸਤੇ ਟੈਕਸ ਇਕੱਠਾ ਨਹੀਂ ਕਰਦੀ, ਉਹ ਸਾਰੀ ਜਿਹੜੀ ਸਰਕਾਰ ਜਿਹੜੀ ਹੈ ਸੋਸ਼ਲ ਵੈਲਫੇਅਰ ਵਾਸਤੇ ਜਿਹੜਾ ਆਪਣਾ ਧਨ ਆ, ਜਿਹੜਾ ਟੈਕਸ ਉਹਨਾਂ ਨੇ ਇਕੱਠਾ ਕੀਤਾ ਹੁੰਦਾ ਉਹ ਲਗਾਉਂਦੀ ਹੈ। ਫੋਰ ਐਗਜ਼ਾਮਪਲ ਕੋਈ ਸਕੂਲ ਖੋਲ੍ਹ ਦੇਣਗੇ, ਸਿੱਖਿਆ ਅਧਿਕਾਰੀ ਮਤਲਬ ਅਦਾਰੇ ਖੋਲ੍ਹ ਦੇਣਗੇ ਜਿੱਥੇ ਮਤਲਬ ਸਿਖਾਈ ਜਾਂਦਾ ਵਾ, ਕੋਈ ਪ੍ਰੋਫੈਸ਼ਨ ਸਿਖਾਇਆ ਜਾਂਦਾ ਉਹ ਖੋਲ੍ਹ ਦੇਣਗੇ, ਜਾਂ ਫਿਰ ਹੋਸਪੀਟਲ ਖੋਲ੍ਹ ਦੇਣਗੇ। ਇਹ ਸਾਰੇ ਜਿਹੜੇ ਸੋਸ਼ਲ ਵੈਲਫੇਅਰ ਵਾਸਤੇ ਜਿਹੜੀ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਟੈਕਸ ਦੁਆਰਾ ਹੀ ਖੋਲ੍ਹੀਆਂ ਜਾਂਦੀਆਂ ਹਨ। ਠੀਕ ਹੈ। ਅੱਗੇ ਹੈਗਾ ਸਾਡਾ ਨੋ ਡਾਇਰੈਕਟ ਬੈਨੀਫਿਟ ਟੂ ਦਾ ਟੈਕਸ ਪੇਅਰ। ਕਹਿੰਦੇ ਕਿ ਇਹ ਜਿਹੜਾ ਟੈਕਸ ਪੇ ਕਰਦਾ ਉਹਨੂੰ ਕੋਈ ਡਾਇਰੈਕਟ ਬੈਨੀਫਿਟ ਨਹੀਂ ਹੁੰਦਾ ਉਹਦਾ। ਠੀਕ ਹੈ। ਅਤੇ ਪੜ੍ਹਾਂਗੇ ਹੀ ਦਾ ਟੈਕਸ ਪੇਅਰ ਕੈਨ ਨੋਟ ਐਕਸਪੈਕਟ ਏ ਡਾਇਰੈਕਟ ਬੈਨੀਫਿਟ ਫਰੋਮ ਦਾ ਗਵਰਨਮੈਂਟ ਫੋਰ ਦਾ ਟੈਕਸ ਪੇਡ। ਕਹਿੰਦਾ ਕਿ ਜਦੋਂ ਕੋਈ ਫਰਮ ਜਾਂ ਬੰਦਾ ਜਿਹੜਾ ਟੈਕਸ ਪੇ ਕਰਦਾ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਰਕਾਰ ਨੂੰ ਉਹਨੇ ਟੈਕਸ ਪੇ ਕੀਤਾ ਅਤੇ ਮੈਨੂੰ ਵੀ ਉਹਨਾਂ ਨੇ ਉਹ ਟੈਕਸ ਪੇ ਦੇ ਬਦਲੇ ਮੈਨੂੰ ਕੋਈ ਇਨਕਮ ਦੇਣ ਜਾਂ ਕੋਈ ਬੈਨੀਫਿਟ ਦੇਣ। ਠੀਕ ਹੈ। ਅੱਗੇ ਹੈਗਾ ਪੇਮੈਂਟ ਆਫ ਟੈਕਸ ਇਜ਼ ਅ ਪਰਸਨਲ ਰਿਸਪੋਂਸੀਬਿਲਿਟੀ ਆਫ ਦਾ ਇੰਡੀਵਿਜੂਅਲ। ਕਹਿੰਦੇ ਜਿਹੜਾ ਟੈਕਸ ਪੇ ਕਰਨਾ ਹੁੰਦਾ ਨਾ ਉਹ ਇਨਸਾਨ ਦੀ ਪਰਸਨਲ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ, ਮਤਲਬ ਸਾਰੇ ਕੰਮ ਪਿੱਛੇ ਛੱਡ ਕੇ ਪਹਿਲਾਂ ਟੈਕਸ ਪੇ ਕਰੇਗਾ। ਠੀਕ ਹੈ। ਹੈਗਾ whenever the tax is imposed on the individual it become his or person responsibility to the pay tax। tax evasion is illegal and punishment often। ਕਹਿੰਦੇ ਨੇ ਕਿ ਜਿਹੜਾ ਟੈਕਸ ਜਦੋਂ ਲੱਗਦਾ ਵਾ ਹਰ ਇਨਸਾਨ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ, ਪਰਸਨਲ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਪਹਿਲਾਂ ਸਭ ਤੋਂ ਪਹਿਲਾਂ ਟੈਕਸ ਪੇ ਕਰੇ। ਜਿਸ ਤਰ੍ਹਾਂ ਕੋਈ ਵੀ ਉਹਨੇ ਕੋਈ ਕੰਮ ਸ਼ੁਰੂ ਕਰਨਾ ਜਾਂ ਕੋਈ ਵੀ ਚੀਜ਼ ਕਰਨੀ ਹੈ ਨਾ, ਉਹ ਕੀ ਕਹਿੰਦਾ ਕਿ ਪਹਿਲਾਂ ਮੈਂ ਆਪਣਾ ਕਾਰ ਜਿਹੜਾ ਵਾ ਟੈਕਸ ਦੇਵਾਂਗਾ ਤਾਂ ਫਿਰ ਹੀ ਕੋਈ ਦੂਜਾ ਕੰਮ ਕਰਨਾ ਵਾ। ਉਹਦੀ ਆਪਣੀ ਬੜੀ ਹੈਡੇਕ ਹੁੰਦੀ ਹੈ, ਇਨਸਾਨ ਦੀ ਆਪਣੀ ਰਿਸਪੋਂਸੀਬਿਲਿਟੀ ਹੈ, ਕਿਉਂਕਿ ਉਹਨੂੰ ਪਤਾ ਹੈ ਜੇਕਰ ਟੈਕਸ ਨਾ ਦੇਵਾਂਗਾ ਤਾਂ ਗੈਰ ਕਾਨੂੰਨੀ ਹੋ ਜਾਏਗਾ ਅਤੇ ਉਸ ਦੇ ਬਦਲੇ ਮੈਨੂੰ ਸਜ਼ਾ ਮਿਲੇਗੀ। ਅਤੇ ਫਿਰ ਕੀ ਕਰਦਾ ਉਹ ਇਨਸਾਨ ਕੀ ਕਰਦਾ ਹੈ ਕਿ ਉਹ ਸਭ ਤੋਂ ਪਹਿਲਾਂ ਟੈਕਸ ਦਿੰਦਾ ਤਾਂ ਜੋ ਆਪਣੇ ਆਪ ਨੂੰ ਸੇਵ ਕਰ ਸਕੇ। ਠੀਕ ਹੈ। ਅੱਗੇ ਹੈਗਾ ਲੀਗਲ ਪ੍ਰੋਸੀਡਰ। ਕਹਿੰਦੇ ਨੇ ਕਿ ਜਿਹੜਾ ਟੈਕਸ ਹੈ ਉਹ ਕਾਨੂੰਨੀ ਮਤਲਬ ਪ੍ਰੋਸੀਡਰ ਹੈ, ਇੱਕ ਇਹ ਨਹੀਂ ਹੈ ਕਿ ਕਾਨੂੰਨੀ ਵਿਧੀ ਦੁਆਰਾ ਲਿਆਇਆ ਜਾਂਦਾ ਹੈ, ਕੋਈ ਕਾਨੂੰਨੀ ਵਿਧੀ ਦੇ ਦੁਆਰਾ ਹੀ ਲਗਾਇਆ ਜਾਂਦਾ ਹੈ।
टैक्स इज़ ऑलवेज imposed बाय द गवर्नमेंट थ्रू ए लीगल प्रोसीजर। मतलब ये नहीं है कि टैक्स ਜਿਹੜਾ ਬਹੁਤਾ ਜ਼ਿਆਦਾ ਲਾਤਾ ਤੇ ਇਨਸਾਨ ਨੂੰ ਜਿਹੜਾ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਹੋਣਾ ਮੁਸ਼ਕਲ ਹੋ ਜੇ, ਇਸ ਤਰ੍ਹਾਂ ਕੋਈ ਨਹੀਂ। ਇਹਦੇ ਵਾਸਤੇ ਲੀਗਲ ਪ੍ਰੋਸੀਜਰ ਰੱਖੇ ਹੁੰਦੇ ਨੇ, ਉਹਨਾਂ ਨੇ ਕਾਨੂੰਨੀ ਵਿਧੀਆਂ ਬਣਾਈਆਂ ਹੁੰਦੀਆਂ ਕਿ ਇਸ ਦੇ ਅੰਡਰ ਹੀ ਅਸੀਂ ਟੈਕਸ ਲੈਣਾ, ਕੋਈ ਘੱਟ ਜਾਂ ਜ਼ਿਆਦਾ ਨਹੀਂ ਲਾਣਾ। ਅੱਗੇ ਹੈਗਾ ਟੈਕਸ ਐਡਵੈਂਸਰੀ ਇਫੈਕਟ ਦਾ ਫਾਈਨੈਂਸ਼ੀਅਲ ਕੰਡੀਸ਼ਨ ਆਫ ਦਾ ਟੈਕਸ ਪੇਅਰ। ਕਹਿੰਦੇ ਜਿਹੜਾ ਟੈਕਸ ਹੈ ਉਹ ਕੀ ਕਰਦਾ ਕਿ ਜਿਹੜਾ ਟੈਕਸ ਅਦਾ ਕਰਦਾ ਹੈ ਉਹਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਕੀ ਕਰਦਾ, ਇਫੈਕਟ ਕਰਦਾ ਹੈ। ਵੈਨ ਐਵਰ ਦਾ ਟੈਕਸ ਪੇਅਰ pay the tax, it reduces the purchasing power and adversely affect the financial position due to the people try to avoid the taxes which is illegal. The avoidance is not illegal, but the tax evasion is illegal and punishable। ਕਹਿੰਦੇ ਨੇ ਕਿ ਜਦੋਂ ਜਿਹੜਾ ਟੈਕਸ ਦਿੰਦਾ ਵਾ, ਅਦਾ ਕਰਦਾ, ਜਦੋਂ ਟੈਕਸ ਪੇ ਕਰਦਾ ਤਾਂ ਉਹਦੀ ਜਿਹੜਾ ਨਾ ਉਹਦੀ ਖਰੀਦ 'ਤੇ ਇਫੈਕਟ ਪੈਂਦਾ ਵਾ, ਉਹਦੀ ਇਕਨੋਮਿਕ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਆ ਉਹਦੇ 'ਤੇ ਇਫੈਕਟ ਪੈਂਦਾ। ਜਦੋਂ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਉਹਨੇ ਟੈਕਸ ਦੇਣਾ ਤਾਂ ਉਹਨੇ ਕੋਈ ਚੀਜ਼ ਵੀ ਖਰੀਦਣੀ ਹੁੰਦੀ ਹੈ ਅਤੇ ਉਹ ਕੀ ਕਰਦਾ ਕਿ ਉਹ ਆਪਣਾ ਮਨ ਮਾਰ ਕੇ ਪਹਿਲਾਂ ਟੈਕਸ ਦਿੰਦਾ ਅਤੇ ਫਿਰ ਉਹਦੀ ਜਿਹੜੀ ਚੀਜ਼ ਕੋਈ ਖਰੀਦਣੀ ਹੁੰਦੀ ਹੈ ਉਹਦੇ 'ਤੇ ਉਹ ਜਿਹੜਾ ਵਾ ਉਹ ਨਹੀਂ ਖਰੀਦਦਾ, ਉਹ ਪਹਿਲਾਂ ਟੈਕਸ ਪੇ ਕਰਦਾ। ਅਤੇ ਇਸ ਤਰ੍ਹਾਂ ਜਦੋਂ ਉਹਦੀ ਜਿਹੜੀ ਪੋਜੀਸ਼ਨ ਹੈ, ਜਿਸ ਤਰ੍ਹਾਂ ਉਹਦੀ ਪੇ 'ਤੇ ਇਨਕਮ ਟੈਕਸ ਲੱਗ ਗਿਆ ਵਾ, ਠੀਕ ਹੈ, ਅਤੇ ਉਹ ਪਹਿਲਾਂ ਆਪਣਾ ਉਹ ਦੇਗਾ, ਟੈਕ ਕਰ ਦੇਗਾ ਅਤੇ ਫਿਰ ਹੀ ਕੋਈ ਆਪਣੀ ਜਿਹੜੀ ਹੈ ਸੋਚੇਗਾ ਕਿ ਅੱਗੇ ਨੈਕਸਟ ਮੈਂ ਕੀ ਕਰਨਾ ਜਾਂ ਕਿਸ ਤਰ੍ਹਾਂ ਉਹਦੇ ਨਾਲ ਇਹਦਾ ਜਿਹੜੀ ਪੋਜੀਸ਼ਨ ਹੈ, ਫਾਈਨੈਂਸ਼ੀਅਲ ਪੋਜੀਸ਼ਨ ਆ ਉਹ ਵੀ ਇਫੈਕਟ ਕਰਦੀ ਹੈ। ਅਤੇ ਫਿਰ ਕੀ ਕਰਦੇ, ਕਈ ਲੋਕ ਕਰਦੇ ਨੇ ਕਿ ਚੋਰੀ ਕਰਦੇ ਨੇ ਟੈਕਸਾਂ ਦੀ, ਮਤਲਬ ਟੈਕਸ ਪੇ ਨਹੀਂ ਕਰਦੇ ਜਿਹੜਾ ਕਿ ਗੈਰ ਕਾਨੂੰਨੀ ਹੈ। ਅਤੇ ਇਸ ਕਰਕੇ ਜਿਹੜਾ ਬੇਟਾ ਸਾਨੂੰ ਸਾਰਿਆਂ ਨੂੰ ਟੈਕਸ ਜਿਹੜਾ ਪੇ ਕਰਨਾ ਚਾਹੀਦਾ, ਕਿਉਂਕਿ ਜਿਹੜੇ ਟੈਕਸਿਸ ਹੁੰਦੇ ਨੇ ਇਹੀ ਸਾਡੇ ਬਜਟ ਦਾ ਕਾਰਨ ਬਣਦੇ ਨੇ ਅਤੇ ਇਹ ਜਿਹੜੀ ਬਜਟ ਹੈ ਉਹ ਸਰਕਾਰ ਜਿਹੜੀ ਹੈ ਸੋਸ਼ਲ ਵੈਲਫੇਅਰ ਦੇ ਵਾਸਤੇ ਯੂਜ਼ ਕਰਦੀ ਹੈ। ਅਤੇ ਬੇਟਾ ਇਸ ਤਰ੍ਹਾਂ ਸਾਡਾ ਜਿਹੜਾ ਇਹ ਟੋਪਿਕ ਹੈ ਜਿਹੜਾ ਹੈ ਕੰਪਲੀਟ ਹੋ ਜਾਂਦਾ ਹੈ। ਅਤੇ ਨੈਕਸਟ ਵੀਡੀਓ ਵਿੱਚ ਅਸੀਂ ਨੈਕਸਟ ਟੋਪਿਕ ਨਾਲ ਮਿਲਦੇ ਹਾਂ। ਤਦ ਤੱਕ ਤੁਸੀਂ ਇਹਨੂੰ ਧਿਆਨ ਨਾਲ ਪੜ੍ਹੋ ਅਤੇ ਆਪਣੇ ਮਾਈਂਡ ਵਿੱਚ ਰੱਖੋ। ਟੇਕ ਕੇਅਰ।